Hello everybody. Let us start with a new topic today, that is structures. ਹੁਣ ਅਸੀਂ ਹਲੇ ਤਾਈਂ ਇਹ ਸਿੱਖਿਆ ਹੈ ਕਿ ਜਦੋਂ ਵੀ ਅਸੀਂ ਕੋਈ ਵੈਰੀਏਬਲ ਡਿਕਲੇਅਰ ਕਰਦੇ ਹਾਂ ਤੇ ਵੀ ਡਿਕਲੇਅਰ ਇਟਸ ਡਾਟਾ ਟਾਈਪ। ਅਸੀਂ ਕਿਦੋਂ ਸਿੰਪਲ ਇੱਕ ਵੈਰੀਏਬਲ ਡਿਕਲੇਅਰ ਕਰਦੇ ਹਾਂ ਤੇ ਇਹਦਾ ਮਤਲਬ ਹੈ ਵੀ x ਇੱਕ ਇੰਟੀਜਰ ਟਾਈਪ ਵੈਰੀਏਬਲ ਹੈ। ਉਸ ਤੋਂ ਬਾਅਦ ਅਸੀਂ ਜਿਹੜੀ ਨੈਕਸਟ ਚੀਜ਼ ਸਿੱਖੀ, ਅਸੀਂ ਸਿੱਖਿਆ ਕਿ ਅਸੀਂ ਕੋਈ ਸਾਈਜ਼ ਸਪੈਸੀਫਾਈ ਕਰ ਦਿੰਦੇ ਹਾਂ। ਇਟ ਮੀਨਸ ਇਹਦੇ ਵਿੱਚ 4 ਇੰਟੀਜਰ ਵੈਰੀਏਬਲ ਸਟੋਰ ਕੀਤੇ ਜਾ ਸਕਦੇ ਆ। ਇਸ ਤੋਂ ਬਾਅਦ ਜਿਹੜੀ ਨੈਕਸਟ ਚੀਜ਼ ਅਸੀਂ ਸਿੱਖਣ ਜਾ ਰਹੇ ਹਾਂ ਦੈਟ ਇਜ਼ ਸਮਥਿੰਗ ਨੋਨ ਐਜ਼ ਸਟਰਕਚਰ। ਹੁਣ ਸਟਰਕਚਰ ਬੇਸਿਕਲੀ ਕੀ ਹੈ? ਸਟਰਕਚਰ ਇਜ਼ ਅ ਯੂਜ਼ਰ ਡਿਫਾਈਨਡ ਡਾਟਾ ਟਾਈਪ ਜਿਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਸਿਸਟਮ ਡਿਫਾਈਨਡ ਡਾਟਾ ਟਾਈਪਸ ਹੈ ਉਹਦੇ ਕੁਝ ਵੈਰੀਏਬਲਸ ਡਿਕਲੇਅਰ ਕੀਤੇ ਜਾ ਸਕਦੇ ਹੈ ਐਂਡ ਦੈਨ ਦੈਟ ਕੈਨ ਬੀ ਯੂਜ਼ ਐਜ਼ ਅ ਨਿਊ ਡਾਟਾ ਟਾਈਪ। ਕਹਿਣ ਦਾ ਮਤਲਬ ਇਹ ਹੈ ਕਿ ਸਪੋਜ਼ ਯੂ ਵਾਂਟ ਟੂ store information about a student or maybe you are storing information about an employee ਤੇ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਉਹ ਅਲੱਗ-ਅਲੱਗ ਤਰੀਕੇ ਦੀ ਹੈ। ਸਪੋਜ਼ ਯੂ ਆਰ ਸਟੋਰਿੰਗ ਸਮਥਿੰਗ ਅਬਾਊਟ EMPLOYE ਤੇ EMPLOYE ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਵਿੱਚ ਉਹਦਾ EMPLOYE ਨੰਬਰ ਹੈ, EMPLOYE ਦਾ ਨਾਮ ਹੈ, EMPLOYE ਦੀ ਡੈਜ਼ਿਗਨੇਸ਼ਨ ਹੈ ਤੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਇਨਫੋਰਮੇਸ਼ਨ ਸਟੋਰ ਕਰਨੀ ਹੈ। ਜਿਵੇਂ EMPLOYE ਨੰਬਰ ਹੈ ਉਹ ਇੰਟੀਜਰ ਟਾਈਪ ਹੋਏਗਾ, ਨੇਮ ਹੈ ਜਿਹੜਾ ਉਹ ਕਰੈਕਟਰ ਐਰੇ ਹੋਏਗਾ, ਡੈਜ਼ਿਗਨੇਸ਼ਨ ਵੀ ਕਰੈਕਟਰ ਐਰੇ ਹੋਏਗਾ ਐਂਡ ਦੈਨ ਦਿਸ ਕਲੈਕਸ਼ਨ ਆਫ ਵੈਰੀਏਬਲਸ ਕੈਨ ਬੀ ਸਟੋਰਡ ਟੁਗੈਦਰ ਇਨ ਅ ਸਟਰਕਚਰ। ਸੋ ਸਟਰਕਚਰ ਬੇਸਿਕਲੀ ਇੱਕ ਯੂਜ਼ਰ ਡਿਫਾਈਨਡ ਡਾਟਾ ਟਾਈਪ ਹੈ ਜਿਹਦੇ ਵਿੱਚ ਅਲੱਗ-ਅਲੱਗ ਡਾਟਾ ਟਾਈਪਸ ਦੀਆਂ ਪ੍ਰਾਇਮਰੀ ਡਾਟਾ ਟਾਈਪਸ ਦੀਆਂ ਜਿਹੜੇ ਵੈਰੀਏਬਲਸ ਹੈ ਉਹ ਡਿਕਲੇਅਰ ਤੇ ਯੂਜ਼ ਕੀਤੇ ਜਾ ਸਕਦੇ ਆ। ਨਾਓ ਹਾਊ ਡੂ ਵੀ ਗੋ ਅਬਾਊਟ ਇਟ? ਇਹ ਹੈਟਰੋਜੀਨੀਅਸ ਜਿਹੜੀ ਡਾਟਾ ਟਾਈਪਸ ਹੈ ਉਹ ਸਟੋਰ ਕੀਤੀਆਂ ਜਾ ਸਕਦੀਆਂ। ਹੁਣ ਜਿਵੇਂ ਆਹ ਚੀਜ਼ ਆਪਾਂ ਪੜ੍ਹੀ ਸੀ ਇੰਟੀਜਰ ਅਰੇ, ਦਿਸ ਇਜ਼ ਅ ਹੋਮੋਜੀਨੀਅਸ ਡਾਟਾ ਟਾਈਪ। ਹੋਮੋਜੀਨੀਅਸ ਡਾਟਾ ਟਾਈਪ ਦਾ ਮਤਲਬ ਹੈ ਕਿ ਇਹਦੇ ਵਿੱਚ ਇੰਟੀਜਰ ਸਾਰੇ ਵੈਰੀਏਬਲ ਜਿਹੜੇ ਹੈ ਉਹ ਇੰਟੀਜਰ ਟਾਈਪ ਹੋਣਗੇ। ਜਿਹੜੇ ਸਟਰਕਚਰ ਹੈ ਇਹਦੇ ਵਿੱਚ ਧਿਆਨ ਰੱਖਣ ਵਾਲੀਆਂ, ਇਟ ਇਜ਼ ਅ ਯੂਜ਼ਰ ਡਿਫਾਈਨਡ ਡਾਟਾ ਟਾਈਪ। ਇਟ ਮੀਨਸ ਇਹ ਅਸੀਂ ਆਪ ਦੀ ਤਰਫੋਂ ਡਿਕਲੇਅਰ ਕਰਦੇ ਹਾਂ। ਇਹਦੇ ਵਿੱਚ ਹੈਟਰੋਜੀਨੀਅਸ ਜਿਹੜੀਆਂ ਡਾਟਾ ਟਾਈਪਸ, ਇਟ ਇਜ਼ ਅ ਹੈਟਰੋਜੀਨੀਅਸ ਡਾਟਾ ਟਾਈਪ। ਇਟ ਮੀਨਸ ਯੂ ਕੈਨ ਯੂਜ਼ ਡਿਫਰੈਂਟ ਟਾਈਪ ਆਫ ਡਾਟਾ ਟਾਈਪਸ ਇਨ ਦੈਟ ਨੋਰਮਲ ਸਟਰਕਚਰ ਜਿਹੜਾ ਡਿਕਲੇਅਰ ਕਰੋਗੇ ਤੇ ਜਿਹੜੇ ਸਟਰਕਚਰ ਵੈਰੀਏਬਲਸ ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਉਸ ਤੋਂ ਬਾਅਦ ਐਜ਼ ਅ ਨੋਰਮਲ ਡਾਟਾ ਟਾਈਪ ਵੈਰੀਏਬਲਸ। ਨਾਓ ਲੈਟ ਅਸ ਅੰਡਰਸਟੈਂਡ ਦਿਸ with first we will learn the syntax ਤੇ ਉਸ ਤੋਂ ਬਾਅਦ ਅਸੀਂ ਉਹਦਾ ਕੋਈ ਐਗਜ਼ਾਮਪਲ ਸਿੱਖਾਂਗੇ। ਸਿੰਟੈਕਸ ਦੇ ਵਿੱਚ ਜਦੋਂ ਵੀ ਅਸੀਂ ਸਟਰਕਚਰ ਡਿਕਲੇਅਰ ਕਰਨਾ ਹੈ ਤੇ what are you doing basically? You are writing a keyword struct keyword। ਉਸ ਤੋਂ ਬਾਅਦ ਸਟਰਕਚਰ ਦਾ ਨਾਮ ਜਿਹੜਾ ਵੀ ਤੁਸੀਂ ਕੋਈ ਨਾਮ ਰੱਖਣਾ ਚਾਹੁੰਦੇ ਹੋ randomly, you open bracket, you specify the data type and then you write the variable name ਜਿਹੜੇ ਵੀ ਡਿਸਕਸ ਕਰਨਾ ਚਾਹੁੰਦੇ ਹੋ। variable name 1, then ਤੁਸੀਂ data type ਦੂਜੇ variable ਦੀ ਦੱਸੀ and you declare that variable and then you enclose that and you put a semicolon। ਇਹ normal syntax ਹੈ structure ਦਾ। now let us understand this with the example here। ਜਿਵੇਂ ਆਪਾਂ EMPLOYE ਦਾ ਕੁਝ ਇਨਫੋਰਮੇਸ਼ਨ ਸਟੋਰ ਕਰਨੀ ਹੈ ਤਾਂ ਅਸੀਂ ਕੀ ਕਰਾਂਗੇ, ਅਸੀਂ ਇੱਕ ਸਟਰਕਚਰ ਬਣਾਵਾਂਗੇ। ਸਟਰਕਚਰ ਦਾ ਨਾਮ ਰੱਖ ਲਿਆ EMPLOYE। ਓਪਨ ਡਾਟਾ ਟਾਈਪ ਅਸੀਂ ਲਿਖੀ int and then I write EMPLOYE number and then character and I write EMPLOYE name। this is an array of suppose 5 characters and you close it and this is end of structure। ਹੁਣ ਅਸੀਂ ਇੱਕ ਸਟਰਕਚਰ ਡਿਕਲੇਅਰ ਕੀਤਾ EMPLOYE ਜਿਹਦੇ ਵਿੱਚ ਦੋ ਤਰ੍ਹਾਂ ਦੇ ਵੈਰੀਏਬਲਸ ਹੈ, ਇੱਕ ਇੰਟੀਜਰ ਟਾਈਪ ਵੈਰੀਏਬਲ ਹੈ, ਦੂਜਾ ਕਰੈਕਟਰ ਐਰੇ ਹੈ। ਸੋ ਦਿਸ ਇਜ਼ ਅ ਹੈਟਰੋਜੀਨੀਅਸ ਡਾਟਾ ਟਾਈਪਸ ਅਸੀਂ ਇਹਦੇ ਵਿੱਚ ਯੂਜ਼ ਕੀਤੀਆਂ। ਠੀਕ ਹੈ, ਇੱਕ ਇੰਟੀਜਰ ਹੈ ਇੱਕ ਕਰੈਕਟਰ ਹੈ, ਦੋਨੇ ਸੇਮ ਤਰ੍ਹਾਂ ਦੀਆਂ ਨਹੀਂ ਹੈ। ਐਂਡ ਜਿਹੜਾ ਸਟਰਕਚਰ ਹੈ ਉਹਦਾ ਨਾਮ EMPLOYE ਹੈ। ਆਫਟਰ ਦੈਟ ਵੀ ਮੇਕ ਅ ਵੈਰੀਏਬਲ ਆਫ ਦੈਟ।
ठीक है। हाउ डू यू मेक वेरिएबल्स आउट ऑफ एट? यू सिंपली कैन राइट इट हेयर बिफोर द सैमीकोलन, या फिर तुसी सैपरेटली ਉਹ मेन ਦੇ ਵਿੱਚ ਵੀ ਡਿਕਲੇਅਰ ਕੀਤਾ ਜਾ ਸਕਦਾ ਹੈ। यू कैन स्ट्रक्ट इंप्लॉय ਦਾ ਇੱਕ वेरिएबल डिक्लेयर ਕੀਤਾ E1। ਹੁਣ ਜਦੋਂ ਤੁਸੀਂ ਇਹ ਲਿਖਦੇ ਹੋ, ਇਹ ਤੁਸੀਂ ਸੈਪਰੇਟਲੀ ਲਿਖਿਆ, ਮਤਲਬ ਤੁਸੀਂ ਸੈਮੀਕੋਲਨ ਲਾਤਾ, ਉਸ ਤੋਂ ਬਾਅਦ ਅਗਰ ਡਿਕਲੇਅਰ ਕਰਨਾ ਤਾਂ ਤੁਸੀਂ ਸਟਰਕਟ ਕੀਵਰਡ ਲਿਖੋਗੇ, ਸਟਰਕਚਰ ਦਾ ਨਾਮ ਲਿਖੋਗੇ ਤੇ वेरिएबल ਜਿਹੜਾ ਵੀ ਕੋਈ ਬਣਾਉਣਾ ਚਾਹੁੰਦੇ E1। नहीं तो अगर तुसी सैमीकोलन नहीं लगाया तो डायरैक्टली तुसी इत्थे भी वेरिएबल डिक्लेयर किया जा सकता है, मतलब समथिंग लाइक दिस, यू डिक्लेयर क्लोज इट एंड यू डिक्लेयर अ वेरिएबल E1 एंड दैन यू पुट अ सैमीकोलन, तो E1 इस तरीके का है। बट नॉर्मली वी डोंट डू दैट, असी सैमीकोलन इत्थे ला के असी सैपरेटली जिथे भी ये स्ट्रक्चर यूज़ करना होगा उत्थे असी ये वाली डिक्लेरेशन कर दिंने। नाउ लेट अस अंडरस्टैंड दिस विद अ कंप्लीट एग्जाम्पल। नाउ असी अगर क्लियर एग्जाम्पल करिए तो सब तो पहला असी हैडर फाइल लिखांगे #include stdio.h, दैन यू कैन यूज़ कोनियो अगर तुहानू क्लियर स्क्रीन फंक्शन यूज़ करना है तो conio.h हैडर फाइल भी यूज़ करांगे। आफ्टर दैट वी डिक्लेयर अ स्ट्रक्चर का नाम रख लिया मैं EMP, इंप्लॉय दा शॉर्ट फॉर्म। उहदे विच मैं 2 वेरिएबल्स इंप्लॉय नंबर ते एक करैक्टर इंप्लॉय नेम, मतलब 5 करैक्टर लंबा नाम किसी का आप स्टोर कर सकते हैं, हैरी, गैरी, ठीक है। द नेम कैन बी 5 करैक्टर्स लॉन्ग एंड देन यू क्लोज दिस, यू पुट अ सैमीकोलन। असी एक स्ट्रक्चर डिक्लेयर कर लिया, उस तो बाद जी यूसेज है दैट हैज़ टू बी पार्ट ऑफ योर मेन दे विच असी इस स्ट्रक्चर का कोई वेरिएबल डिक्लेयर करना चाहते हैं, सपोज स्ट्रक्ट EMP एंड यू डिक्लेयर अ वेरिएबल E1 इज इक्वल टू डबल कोट्स कर्ली ब्रैकेट्स इंप्लॉय का जोड़ा नंबर है, असी सपोज वह जोड़ा फर्स्ट है इंप्लॉय नंबर 1 एंड यू गिव सम नेम, सपोज आई राइट हैरी and you close this. This is known as structure variable initialization। असी की कीता, एक जिहड़ा वेरिएबल है इंप्लॉय डेटा टाइप हो गई, उहदा एक वेरिएबल हो गया E1 जिहदे विच 2 चीज़ां है, पहला है इंप्लॉय नंबर जिहड़ा इंटीजर टाइप है, दूजा है इंप्लॉय नेम, मैक्सिमम लेंथ उहदी 5 है, तो असी 4 करैक्टर लंबा नाम देता। दिस इज़ वन वे भी तुसी उहनूं इनिशियलाइज कर सकते हो, ठीक है। एक तरीका यह है कि हुण इहदे विच 2 चीज़ां इनिशियलाइज कर दिया, इंप्लॉय नंबर 1 एंड हैरी। सपोज यू वांट टू प्रिंट इट, तुसी इन्हूं प्रिंट करना है तो तुसी डायरैक्ट printf स्टेटमेंट ला के इन्हूं प्रिंटिंग की जा सकती है। यू राइट printf स्टेटमेंट, एक मैसेज प्रिंट करवाता इंप्लॉय डिटेल, एंड ऑफ द स्टेटमेंट, printing, what are you printing? You're printing an integer value and that integer value is E1 dot employee number, printf percentage s, that is a string, and E1 dot E name। अगर लाइन प्रिंट करानी है तो यू कैन पुट अ स्लैश एन हेयर सो दैट दिस इज़ ऑन द नेक्स्ट लाइन एंड दिस इज़ एंड। हुण बेसिकली अब बिल्कुल छोटा प्रोग्राम है जिहदे विच असीं एक स्ट्रक्चर डिक्लेयर किया तो उहदा एक वेरिएबल बनाया E1 एंड E1 दे विच 2 फिर इंटरनल वैल्यूज़ है जिन्हों आप हैट्रोजीनियस डेटा टाइप कह देंगे, जिहड़ा मतलब इंप्लॉय जिहड़ी हैगी है इहनूं आपां यूजर डिफाइंड डेटा टाइप कहने हैं, बिकॉज ये साडी आप दी डेटा टाइप है जिहदे विच 2 तरह दी चीज़ां असीं स्टोर कीतियां, एक तो इंटीजर टाइप, दूजी करैक्टर एरे। तो असीं उन्हां नूं वैल्यूज़ डायरैक्टली इनिशियलाइज कीतियां, उस तो बाद उन्हां वैल्यूज़ नूं असीं प्रिंट कराउण दी कोशिश कर रहे हैं। जिहड़ा आ मैं लिखिया इत्थे E1 डॉट ई नंबर, मतलब E1 वैरिएबल दे विच जिहड़ी E नंबर दैट इज़ इंप्लॉय नंबर वैल्यू 1 प्रिंट होएगी,
उस तो बाद E1 ਜਿਹੜਾ ਵੈਰੀਏਬਲ ਉਹਦੇ ਵਿੱਚ ਜਿਹੜਾ E-name ਵੈਰੀਏਬਲ ਡਿਕਲੇਅਰ ਕੀਤਾ ਸੀ that is a character array ਤੇ ਹੈਰੀ ਵੈਲਿਊ ਪ੍ਰਿੰਟ ਹੋਏਗੀ। this is one way you can do it। you can even change it another way, मतलब ਤੁਸੀਂ ਇੱਕ ਵੈਰੀਏਬਲ ਅਗਰ ਇਨੀਸ਼ੀਅਲਾਈਜ਼ ਕਰਨਾ ਚਾਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਉਹਦੇ ਲਈ ਅਸੀਂ ਕੀ ਕਰਾਂਗੇ, we will do little changes in this program। suppose I just declare a variable, ਅਸੀਂ ਇੱਕ ਵੈਰੀਏਬਲ ਡਿਕਲੇਅਰ ਕੀਤਾ E1, ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਇੰਡੀਵਿਜੂਅਲ ਵੀ ਵੈਲਿਊਜ਼ ਦੇ ਸਕਦੇ ਹਾਂ। suppose I write E1 dot ENO is equal to, you want to give some value, 2 E1 dot E-name is equal to some value, suppose I say Aman। ਇਹ ਕੀ ਹੋਇਆ, ਇੰਡੀਵਿਜੂਅਲ ਇਨੀਸ਼ੀਅਲਾਈਜ਼ ਕੀਤੇ ਅਸੀਂ ਇੱਕ ਐਲੀਮੈਂਟ, ਜਿਹੜਾ ਇਕੁਅਲ ਟੂ ਕਰਕੇ ਅਸੀਂ ਪੂਰੀ ਬ੍ਰੈਕਟ ਕੀਤੀ। ਦੈਟ ਇਜ਼ ਵਨ ਵੇ ਤੁਸੀਂ ਇਨੀਸ਼ੀਅਲਾਈਜ਼ ਕਰ ਸਕਦੇ। ਦਿਸ ਇਜ਼ ਅਨਦਰ ਵੇ ਯੂ ਕੈਨ ਇਨੀਸ਼ੀਅਲਾਈਜ਼ ਵੈਰੀਏਬਲਸ। ਦੈਨ ਪ੍ਰਿੰਟਿੰਗ ਲਈ ਫਿਰ ਤੁਸੀਂ printf ਸਟੇਟਮੈਂਟ ਦੱਸ ਸਕਦੇ ਹੋ। ਤੁਸੀਂ ਇੱਕ ਤੋਂ ਜ਼ਿਆਦਾ ਵੈਰੀਏਬਲਸ ਵੀ ਡਿਕਲੇਅਰ ਕਰ ਸਕਦੇ ਹੋ। ਸਪੋਜ਼ ਆਈ ਡਿਕਲੇਅਰ E1 ਐਂਡ ਆਈ ਸੇ E2। ਹੁਣ ਜਿਹੜਾ E1 ਹੈ ਉਹਨੂੰ ਤੁਸੀਂ ਇਨੀਸ਼ੀਅਲਾਈਜ਼ ਕਰ ਲਿਆ। E2 ਨੂੰ you can accept it from the user also। अगर user तो accept कराना है तो की लगती है scanf statement लगती है। scanf statement ਲਈ you can put printf, एक message print कराया, enter detail, scanf what are you scanning। ਤੁਸੀਂ ਦੋ ਤਰ੍ਹਾਂ ਦੀਆਂ values scan ਕਰ ਰਹੇ ਹੋ। one is your integer value and second is your string। ampersand E1 तो ਅਸੀਂ initialize कर रखे, E2 dot ENO and the second value is ampersand, sorry this is a string तो ਅਸੀਂ ampersand नहीं पावांगे, so second value is E2 dot E-name। ਇਹ यूज़र तो वैल्यूज़ एक्सेप्ट कराएगा, एक इंटजर वैल्यू है, दूजी स्ट्रिंग वैल्यू है। इंटजर वैल्यू ਨੂੰ स्पैसीफाई ਕਰਨ ਲਈ ਅਸੀਂ E2 dot ENO, E2 dot ENO मतलब ਸੈਕਿੰਡ ਜਿਹੜਾ ਵੈਰੀਏਬਲ ਉਹਦੇ ਵਿੱਚ ਇਹ ਵੈਲਿਊ ਸਟੋਰ ਹੋਏਗੀ। E2 dot name ਜਿਹੜੀ ਵੈਲਿਊ ਤੁਸੀਂ ਪਾਓਗੇ ਉਹ ਇਹਦੇ ਵਿੱਚ ਸਟੋਰ ਹੋਏਗੀ। ਉਸ ਤੋਂ ਬਾਅਦ ਤੁਸੀਂ printf ਸਟੇਟਮੈਂਟ ਲਾ ਸਕਦੇ ਹੋ। printf employee details are, printf ਅਸੀਂ ਆਹ ਵਾਲੀ ਵੈਲਿਊ ਅਗਰ ਪ੍ਰਿੰਟ ਕਰਾਉਣੀ ਹੈ ਤਾਂ ਸਿੰਪਲ ਸਟੇਟਮੈਂਟਸ ਹੈ। printf ਇਹਨਾਂ ਨੂੰ printf ਕਰਨਾ ਹੈ ਤਾਂ ਕੀ ਪ੍ਰਿੰਟ ਕਰ ਰਹੇ ਹੋ, ਇੱਕ ਇੰਟੀਜਰ ਵੈਲਿਊ ਐਂਡ ਇੱਕ ਨੋਰਮਲ string value। so I put %d %s and print ਅਸੀਂ ਕਰਨਾ ਹੈ E1 dot ENO and the second value which has to be printed that is E1 dot E-name। ਹੁਣ ਆ ਕੀ ਪ੍ਰਿੰਟ ਕਰੇਗਾ, ਆ ਵਾਲੀਆਂ ਦੋ ਵੈਲਿਊਜ਼ 2 and Aman। another printf statement you put a slash n ਤਾਂ ਕਿ ਨਵੀਂ ਲਾਈਨ 'ਚ ਪ੍ਰਿੰਟ ਹੋ ਜਾਏ। and again we are printing an integer value and a string value, slash n ਲਾ ਦਿੰਦੇ ਹਾਂ। second value ਹੈ E2 dot ENO and E2 dot E-name and we close this। now ਇਹ ਜਿਹੜਾ ਛੋਟਾ ਪ੍ਰੋਗਰਾਮ ਹੈ, in this what are we doing, we are printing the structure variables ਅਸੀਂ print ਕਰ ਰਹੇ ਹਾਂ ਇਹਦੇ ਵਿੱਚ। ਤੇ ਜਦੋਂ ਇਹ ਪ੍ਰੋਗਰਾਮ ਚੱਲੇਗਾ ਆ ਤਾਂ ਇਨੀਸ਼ੀਅਲਾਈਜ਼ ਹੋ ਜਾਣਗੀਆਂ ਵੈਲਿਊਜ਼ ਆਪਦੇ ਆਪ। ਇੱਕ ਵੈਲਿਊ ਤੁਸੀਂ ਯੂਜ਼ਰ ਤੋਂ ਐਕਸੈਪਟ ਕਰਾਈਏ, ਇੱਕ ਵੈਲਿਊ ਅਸੀਂ ਸਿਸਟਮ 'ਚ ਸਿੱਧੀ ਇਨੀਸ਼ੀਅਲਾਈਜ਼ ਕੀਤੀ ਹੈ। ਸੋ ਸਭ ਤੋਂ ਪਹਿਲਾਂ ਜਦੋਂ ਇਹ ਪ੍ਰੋਗਰਾਮ ਚੱਲੇਗਾ ਸੋ ਦੇ ਵਿਲ ਬੀ ਅ ਮੈਸੇਜ ਐਂਟਰ ਡਿਟੇਲ ਐਂਡ ਕਰਸਰ ਬਲਿੰਕ ਕਰੇਗਾ। ਤੁਸੀਂ ਉੱਥੇ ਕੋਈ ਵੀ ਵੈਲਿਊ ਦਿੱਤੀ, ਸਪੋਜ਼ ਆਈ ਸੇ 7 ਐਂਡ ਫਿਰ ਕਰਸਰ ਬਲਿੰਕ ਕਰੇਗਾ ਕਿਉਂਕਿ ਤੁਸੀਂ ਇੱਕ ਸਟਰਿੰਗ ਵੀ ਐਕਸੈਪਟ ਕਰਾਉਣੀ ਹੈ। ਸਟਰਿੰਗ ਐਕਸੈਪਟ ਕਰਾਉਣ ਲਈ ਮੈਂ ਕੋਈ ਵੈਲਿਊ ਦਿੱਤੀ, ਸਪੋਜ਼ ਆਈ ਸੇ ਸੀਤਾ। ਦੋ ਵੈਲਿਊਜ਼ ਗਈਆਂ, ਆ ਜਿਹੜੀਆਂ ਦੋ ਵੈਲਿਊਜ਼ ਐਕਸੈਪਟ ਚੱਲੀਆਂ ਜਾਂ ਐਕਸੈਪਟ ਹੋਈਆਂ ਦੈਟ ਇਜ਼ ਬਿਕੋਜ਼ ਆਫ ਦਿਸ ਸਕੈਨਫ ਸਟੇਟਮੈਂਟ। ਉਸ ਤੋਂ ਬਾਅਦ ਤੁਹਾਡੀ ਪ੍ਰਿੰਟਿੰਗ ਸ਼ੁਰੂ ਹੋ ਜਾਏਗੀ। ਪ੍ਰਿੰਟਿੰਗ ਲਈ ਇੱਕ ਮੈਸੇਜ ਪ੍ਰਿੰਟ ਹੋਇਆ EMPLOYEE DETAILS ARE। ਪਹਿਲਾਂ ਜਿਹੜੀ ਪ੍ਰਿੰਟਿੰਗ ਕੀਤੀ ਹੈ ਅਸੀਂ E1 ਵੈਰੀਏਬਲ ਦੇ ਨਾਲ ਕੀਤੀ ਹੈ। E1 ਵੈਰੀਏਬਲ ਦੀ ਵੈਲਿਊ ਹੈਗੀ ਹੈ 2 ਐਂਡ ਦ ਸੈਕਿੰਡ ਵੈਲਿਊ ਨੇਮ ਇਜ਼ ਯੋਰ ਅਮਨ। ਹੁਣ ਆ ਦੋਨੇ ਬਿਲਕੁਲ ਨਾਲ ਪ੍ਰਿੰਟ ਹੋਣਗੇ। ਅਗਰ ਇਹ ਨਾਲ ਨਹੀਂ ਚਾਹੁੰਦੇ ਤਾਂ ਵੀ ਕੈਨ ਪੁੱਟ ਅ
/t हेयर /t ਤੇ ਦੋਨਾਂ ਦੇ ਵਿੱਚ ਥੋੜਾ ਜਿਹਾ ਸਪੇਸ ਪ੍ਰਿੰਟ ਹੋਏਗਾ ਤੇ ਉਸ ਤੋਂ ਬਾਅਦ ਜਿਹੜੀ ਨੈਕਸਟ ਪ੍ਰਿੰਟਿੰਗ ਹੈ ਉਹ ਨੈਕਸਟ ਲਾਈਨ ਤੇ ਹੋਏਗੀ ਬਿਕੋਜ਼ ਅਸੀਂ /n ਲਿਖਿਆ ਇੱਥੇ ਨੈਕਸਟ ਲਾਈਨ ਦੇ ਵਿੱਚ ਇੱਥੇ ਵੀ ਯੂ ਕੈਨ ਪੁੱਟ ਅ /t ਸੋ ਦੈਟ ਇਜ਼ ਅ ਲਿਟਲ ਸਪੇਸ ਬਿਟਵੀਨ ਥੀਸ ਟੂ ਐਂਡ ਸੈਕਿੰਡ ਜਿਹੜੀ ਅਸੀਂ ਵੈਲਿਊ ਹੁਣੇ ਪਵਾਈ ਹੈ 7 ਐਂਡ ਸੀਤਾ ਸੋ ਇਸ ਸਟੇਟਮੈਂਟ ਦੀ ਵਜ੍ਹਾ ਨਾਲ ਆਹ ਵਾਲੀ ਆਊਟਪੁੱਟ ਆਈ ਇਸ printf ਸਟੇਟਮੈਂਟ ਦੀ ਵਜ੍ਹਾ ਨਾਲ ਆਹ ਵਾਲੀ ਆਊਟਪੁੱਟ ਆਈ ਐਂਡ ਦਿਸ EMPLOYEE ਡਿਟੇਲਸ ਇਸ ਤਰ੍ਹਾਂ ਇਸੇ ਤਰ੍ਹਾਂ ਪ੍ਰਿੰਟ ਹੋ ਗਿਆ ਡਬਲ ਕੋਟਸ ਦੇ ਵਿੱਚ ਨਾਓ ਦਿਸ ਹੋਲ ਪ੍ਰੋਗਰਾਮ ਇਹਦੇ ਵਿੱਚ ਅਸੀਂ ਦੋ ਅਲੱਗ ਚੀਜ਼ਾਂ ਸਿੱਖੀਆਂ ਇੱਕ ਤਾਂ ਹੈ ਕਿ ਤੁਸੀਂ ਜਿਹੜਾ ਸਟਰਕਚਰ ਵੈਰੀਏਬਲ ਹੈ ਉਹਨੂੰ ਇਨੀਸ਼ੀਅਲਾਈਜ਼ ਕੀਤਾ ਦੂਜਾ ਤਰੀਕਾ ਹੈ ਅਸੀਂ scanf ਸਟੇਟਮੈਂਟ ਲਾ ਕੇ ਉਹ ਸਟਰਕਚਰ ਵੈਰੀਏਬਲ ਦੇ ਵਿੱਚ ਵੈਲਿਊਜ਼ ਐਕਸੈਪਟ ਕਰਾਈਆਂ scanf ਐਕਸੈਪਟੈਂਸ ਲਈ ਯੂਜ਼ ਹੁੰਦਾ ਆਪਾਂ ਪਹਿਲਾਂ ਸਿੱਖ ਚੁੱਕੇ ਹਾਂ ਉਸ ਤੋਂ ਬਾਅਦ ਅਸੀਂ ਉਹ ਦੋ ਵੈਲਿਊਜ਼ ਨੂੰ ਪ੍ਰਿੰਟ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਹੈ Now this is a new thing to all of you because basically ਅਸੀਂ ਜਦੋਂ integer x ਲਿਖਦੇ ਸੀ ਤਾਂ ਇੱਕ ਖਾਲੀ ਜਗ੍ਹਾ ਸਟੋਰ ਹੁੰਦੀ ਹੈ ਉਹਦੇ ਵਿੱਚ ਇੱਕ integer value ਸਟੋਰ ਕੀਤਾ ਜਾ ਸਕਦਾ ਹੈ suppose I put 7 side by side I'm giving you the memory concept of it ਅਗਰ ਤੁਸੀਂ ਇੱਕ ਇਸ ਤਰ੍ਹਾਂ ਲਿਖਦੇ ਸੀ that was an array it means 3 spaces allocate ਹੋਏ ਜਿਨ੍ਹਾਂ ਵਿੱਚ ਤਿੰਨੇ integer variables स्टोर हो जाएंगे सपोज आई पुट 11 3 2 लेकिन नाउ ਜਿਹੜਾ ਅਸੀਂ ਹੁਣ ਕਰ ਰਹੇ ਹਾਂ ਅਸੀਂ ਸਟਰਕਚਰ ਟਾਈਪ ਦਾ ਇੱਕ ਵੈਰੀਏਬਲ ਡਿਕਲੇਅਰ ਕੀਤਾ ਮੀਨਸ ਜਿਹੜੀ ਸਾਡੀ ਡਾਟਾ ਟਾਈਪ ਹੈ ਉਹਦਾ ਨਾਮ ਹੈ EMPLOYE ਤਾਂ ਉਹਦਾ ਇੱਕ ਵੈਰੀਏਬਲ ਹੈ E1 ਜਿਹੜਾ ਹੁਣ E1 ਵੈਰੀਏਬਲ ਹੈ ਉਹਦੇ ਵਿੱਚ ਦੋ ਚੀਜ਼ਾਂ ਹੈ ਇੱਕ ਤਾਂ ਹੈ ਇੰਟੀਜਰ ਨੰਬਰ ਜਿਹਨੂੰ ਮੈਂ ਵੈਲਿਊ ਇਨੀਸ਼ੀਅਲਾਈਜ਼ ਕੀਤੀ 2 ਤੇ ਜਿਹੜਾ ਉਹਦਾ ਦੂਜਾ ਹਿੱਸਾ ਹੈ ਉਹਦੇ ਵਿੱਚ ਇੱਕ ਕਰੈਕਟਰ ਐਰੇ ਹੈ ਜਿਵੇਂ ਅਮਨ ਸੋ this is how ਆਪਾਂ ਇਸ ਚੀਜ਼ ਨੂੰ ਕੋਰਿਲੇਟ ਕਰਾਂਗੇ ਕਿ ਜਿਵੇਂ ਇੰਟੀਜਰ ਹੈ ਇਹ ਪ੍ਰਾਇਮਰੀ ਡਾਟਾ ਟਾਈਪਸ ਹੈ ਸਿਸਟਮ ਨੇ ਸਾਨੂੰ ਆਪਦੀਆਂ ਡਾਟਾ ਟਾਈਪਸ ਦਿੱਤੀਆਂ ਜਿਹੜੀ EMPLOYE ਹੈ ਅਸੀਂ ਆਪਦੀ ਡਾਟਾ ਟਾਈਪ ਬਣਾਈ ਹੈ ਨਾਰਮਲੀ ਜਿਵੇਂ ਇੰਟੀਜਰ ਦਾ ਇੱਕ ਵੈਰੀਏਬਲ ਬਣਾਉਂਦੇ ਸੀ ਉਸੇ ਤਰ੍ਹਾਂ ਅਸੀਂ EMPLOYE ਦਾ ਇੱਕ ਵੈਰੀਏਬਲ ਬਣਾ ਲਿਆ E1 ਲੇਕਿਨ x ਦੇ ਵਿੱਚ ਸਿਰਫ 7 ਸਟੋਰ ਹੁੰਦਾ ਸੀ E1 ਦੇ ਵਿੱਚ ਦੋ ਚੀਜ਼ਾਂ ਸਟੋਰ ਹੋ ਸਕਦੀਆਂ ਇੱਕ ਤਾਂ EMPLOYE ਨੰਬਰ ਐਂਡ ਦੂਜਾ EMPLOYE ਨੇਮ This is a character array. This is a integer variable. So ਤਾਂ ਹੀ ਅਸੀਂ ਕਹਿੰਦੇ ਹਾਂ ਵੀ ਜਿਹੜੀ ਸਟਰਕਚਰ ਹੈਗੀਆਂ ਉਹ ਯੂਜ਼ਰ ਡਿਫਾਈਨਡ ਡਾਟਾ ਟਾਈਪਸ ਹੈ ਤੇ ਦੂਜੀਆਂ ਉਹ ਹੈਟਰੋਜੀਨੀਅਸ ਡਾਟਾ ਟਾਈਪਸ ਹੈ ਕਿਉਂਕਿ ਉੱਪਰ ਆਪਾਂ ਦੇਖੀਏ ਹੁਣ ਜਿਵੇਂ ਇੰਟੀਜਰ ਦੀ ਐਰੇ ਇੱਕ ਡਿਕਲੇਅਰ ਕੀਤੀ ਤੇ ਇਹਦੇ ਵਿੱਚ ਸਿਮਿਲਰ ਟਾਈਪ ਦੇ ਹੀ ਐਲੀਮੈਂਟ ਸਟੋਰ ਹੋ ਸਕਦੇ ਆ ਲੇਕਿਨ ਜਦੋਂ ਤੁਸੀਂ ਆਪਦੀ ਡਾਟਾ ਟਾਈਪ ਬਣਾਈ ਹੈ ਜਿਹਦਾ ਨਾਮ ਅਸੀਂ EMPLOYE ਰੱਖਿਆ ਹੈ ਉਹਦੇ ਵਿੱਚ ਤੁਸੀਂ ਮਲਟੀਪਲ ਡਾਟਾ ਟਾਈਪ ਸਟੋਰ ਕਰ ਸਕਦੇ ਹੋ ਇੱਥੇ ਆਪਾਂ ਫਲੋਟ ਕਰਕੇ ਸੈਲਰੀ ਵੀ ਸਟੋਰ ਕਰ ਸਕਦੇ ਸੀ ਸੋ ਇੱਕ ਵੈਰੀਏਬਲ ਦੇ ਵਿੱਚ ਬੇਸਿਕਲੀ 3 ਚੀਜ਼ਾਂ ਸਟੋਰ ਕੀਤੀਆਂ ਜਾ ਸਕਦੀਆਂ ਲੇਕਿਨ ਇਸ ਐਗਜ਼ਾਮਪਲ ਦੇ ਵਿੱਚ ਅਸੀਂ ਦੋ ਚੀਜ਼ਾਂ ਲੈ ਕੇ ਚੱਲੇ ਹਾਂ ਇੱਕ EMPLOYE ਨੰਬਰ ਦੂਜਾ EMPLOYE ਨੇਮ So this is how this is a user defined data type as well as it is a heterogeneous data type ਹੁਣ ਜਿਵੇਂ ਅਗਰ ਆਪਾਂ ਮੈਮਰੀ ਸਟੋਰੇਜ ਦੀ ਗੱਲ ਕਰੀਏ ਤਾਂ x is an integer variable ਤੇ ਇਹ ਕਿੰਨਾ ਸਪੇਸ ਲਏਗਾ 2 ਬਾਈਟ x ਇਹਨਾਂ ਦੇ ਇੰਟਰ ਵੈਰੀਏਬਲ 3 ਵੈਰੀਏਬਲਸ ਹੈ ਤੇ ਇਹਦਾ ਮਤਲਬ ਇਹ 6 ਬਾਈਟ ਮੈਮਰੀ ਲਏਗਾ ਹੁਣ ਆਪਾਂ ਕਹੀਏ ਵੀ E1 ਜਿਹੜਾ ਵੈਰੀਏਬਲ ਹੈ ਜਿਹਦੀ ਡਾਟਾ ਟਾਈਪ EMPLOYE ਹੈ ਇਹ ਕਿੰਨੀ ਮੈਮਰੀ ਆਕੂਪਾਈ ਕਰੇਗੀ ਇੱਕ ਤਾਂ ਇਹਦੇ ਵਿੱਚ ਇੰਟੀਜਰ ਵੈਰੀਏਬਲ ਹੈ ਸੋ 2 ਬਾਈਟਸ ਤਾਂ ਇਹਨੇ ਲਈਆਂ ਕਰੈਕਟਰ ਇੱਕ ਜਿਹੜਾ ਕਰੈਕਟਰ ਉਹ 1 ਬਾਈਟ ਲੈਂਦਾ ਤੇ ਇੱਥੇ 5 ਕਰੈਕਟਰਸ ਹੈ ਸੋ ਇਹ 5 ਬਾਈਟ ਲਏਗਾ ਸੋ ਟੋਟਲ ਜਿਹੜਾ E1 ਵੈਰੀਏਬਲ ਹੈ ਉਹ ਕਿੰਨੀ ਮੈਮਰੀ ਆਕੂਪਾਈ ਕਰੇਗਾ 7 ਬਾਈਟਸ 7 ਬਾਈਟ ਆਫ ਸਪੇਸ ਇੱਕ ਵੈਰੀਏਬਲ ਆਫ ਦਾ EMPLOYE data type will store 7 byte of memory in your computer ਇੱਕ variable of the integer type store how much space 2 bytes ਤੇ ਆਪਾਂ ਆ ਚੀਜ਼ ਨਾਲ ਲੈ ਕੇ ਚੱਲਣੀ ਹੈ ਸੋ ਇਹਦੇ ਨਾਲ ਲੌਜਿਕ ਥੋੜਾ ਕਲੀਅਰ ਹੋਵੇ ਕਿ ਸਟਰਕਚਰ ਨੂੰ ਆਪਾਂ ਯੂਜ਼ਰ ਡਿਫਾਈਨਡ ਡਾਟਾ ਟਾਈਪਸ ਕਿਵੇਂ ਕਹਿੰਦੇ ਆ ਤੇ ਮੈਮਰੀ ਸਟੋਰੇਜ ਕਿਵੇਂ ਹੁੰਦੀ ਹੈ ਦਿਸ ਆਈ ਹੈਵ ਸਾਈਡ ਬਾਈ ਸਾਈਡ ਐਕਸਪਲੇਨਡ ਯੂ ਦਿਸ ਸੋ ਦੈਟ ਯੂ ਆਰ ਕਲੀਅਰ ਵਿਦ ਦਾ ਕਨਸੈਪਟ ਤੇ ਅਗਲੇ ਪ੍ਰੋਗਰਾਮਸ ਵੀ ਤੁਹਾਨੂੰ ਥੋੜੇ ਅੱਛੀ ਤਰ੍ਹਾਂ ਸਮਝ ਆ ਜਾਣ ਸੋ ਸਟਰਕਚਰ ਜਿਹੜਾ ਹੈ ਉਹ EMPLOYE ਅਸੀਂ ਆਪਦੀ ਇੱਕ ਯੂਜ਼ਰ ਡਿਫਾਈਨਡ ਡਾਟਾ ਟਾਈਪ ਬਣਾਈ ਹੈ ਜਿਹਦੇ ਵਿੱਚ ਦੋ ਤਰ੍ਹਾਂ ਦੀ ਇਨਫੋਰਮੇਸ਼ਨ ਸਟੋਰ ਹੋ ਜਾਂਦੀ ਹੈ ਅਸੀਂ ਉਹਨਾਂ ਵੈਰੀਏਬਲਸ ਨੂੰ ਇੰਡੀਵਿਜੂਅਲੀ ਵੀ ਇਨੀਸ਼ੀਅਲਾਈਜ਼ ਕੀਤਾ ਇੰਡੀਵਿਜੂਅਲ ਇਨੀਸ਼ੀਅਲਾਈਜ਼ ਕਰਨ ਦਾ ਮਤਲਬ ਉਵੇਂ ਹੀ ਹੈ ਜਿਵੇਂ ਅਸੀਂ int x = 3 ਕਰ ਦਿੰਦੇ ਸੀ ਅਸੀਂ x ਦੀ ਵੈਲਿਊ 3 ਦੇਤੀ ਉਸੇ ਤਰ੍ਹਾਂ ਇਹਦੇ ਵਿੱਚ ਦੋ ਚੀਜ਼ਾਂ ਹੈ ਇਸ तो E1 ਦਾ ਜਿਹੜਾ EMPLOYE ਨੰਬਰ ਹੈ ਉਹਨੂੰ ਅਸੀਂ 2 ਵੈਲਿਊ ਦੇਤੀ E1 ਦਾ ਜਿਹੜਾ EMPLOYE ਨੰਬਰ ਹੈ ਉਹਨੂੰ ਅਸੀਂ ਅਮਨ ਵੈਲਿਊ ਦੇਤੀ ਠੀਕ ਹੈ ਸੋ ਦਿਸ ਇਜ਼ ਇਨੀਸ਼ੀਅਲਾਈਜੇਸ਼ਨ ਵੈਰੀ ਸਿਮਿਲਰ ਜਿਵੇਂ ਅਸੀਂ ਨਾਰਮਲ ਵੈਰੀਏਬਲਸ ਇਨੀਸ਼ੀਅਲਾਈਜ਼ ਕਰਦੇ ਸੀ
ਉਸੇ ਤਰ੍ਹਾਂ ਜਿਵੇਂ ਅਸੀਂ ਵੈਰੀਏਬਲਸ ਐਕਸੈਪਟ ਕਰਾਉਂਦੇ ਸੀ ਸਕੈਨਐਫ ਸਟੇਟਮੈਂਟ ਨਾਲ, ਅਸੀਂ ਸਕੈਨਐਫ ਸਟੇਟਮੈਂਟ ਲਾ ਕੇ ਹੁਣ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ, ਇੱਕ ਇੰਟੀਜਰ ਇੱਕ ਐਰੇ। ਸੋ ਅਸੀਂ ਦੋ ਫਾਰਮੈਟ ਸਪੈਸੀਫਾਇਰਸ ਲਾਏ। ਪਹਿਲੀ ਚੀਜ਼ ਹੈ ਤੁਹਾਡੀ EMPLOYEE ਨੰਬਰ, E2 ਦਾ EMPLOYEE ਨੰਬਰ ਦੈਟ ਇਜ਼ ਐਨ ਇੰਟੀਜਰ ਵੈਰੀਏਬਲ, ਸੋ ਐਂਪਰਸੈਂਡ ਲਾਇਆ। E2 ਦਾ ਜਿਹੜਾ EMPLOYEE ਨੰਬਰ ਹੈ ਉਹ ਕਰੈਕਟਰ ਨੇਮ ਹੈ, ਸੋ ਅਸੀਂ ਕੋਈ ਐਂਪਰਸੈਂਡ ਨਹੀਂ ਲਾਉਂਦੇ ਸਟ੍ਰਿੰਗਸ ਦੇ ਫਾਰਮ ਦੇ ਵਿੱਚ। ਐਂਡ ਦੈਨ ਅਸੀਂ ਸਿੰਪਲ printf ਸਟੇਟਮੈਂਟਸ ਲਾ ਕੇ ਉਹਨਾਂ ਨੂੰ ਡਿਸਪਲੇ ਕਰਾਉਣ ਦਾ ਕੋਸ਼ਿਸ਼ ਕੀਤਾ। This is the first small example of your structures. Then we have a concept known as structure assignment. Students, ਜਿਵੇਂ ਆਪਾਂ ਹਲੇ ਤਾਈਂ normal variables ਦੇ ਵਿੱਚ ਲਿਖਿਆ x is equal to 3 ਤੇ ਉਸ ਤੋਂ ਬਾਅਦ ਮੈਂ ਇੱਕ variable y declare ਕੀਤਾ and x, so we are assigning x ਦੀ ਵੈਲਿਊ y ਨੂੰ ਤੇ ਉਸ ਤੋਂ ਬਾਅਦ ਜਦੋਂ y ਨੂੰ ਆਪਾਂ ਪ੍ਰਿੰਟ ਕਰਾਂਗੇ ਤਾਂ y ਦੇ ਵਿੱਚ ਇਹਦੀ ਕਾਪੀ ਪ੍ਰਿੰਟ ਹੋ ਜਾਏਗੀ। ਮੀਨਸ ਅਗਰ x ਦੀ ਵੈਲਿਊ 3 ਸੀਗੀ ਤੇ x ਨੂੰ ਅਸੀਂ ਅਸਾਈਨ ਕਰਤਾ y ਦੇ ਨਾਲ, y ਦੇ ਵਿੱਚ, ਸੋ y now have a value of 3। ਆ ਸਿੰਪਲ ਕੰਸੈਪਟ ਹੈ। ਉਸੇ ਤਰ੍ਹਾਂ ਅਸੀਂ ਸਟਰਕਚਰਸ ਦੀ ਵੈਲਿਊਜ਼ ਵੀ ਇਨੀਸ਼ੀਅਲਾਈਜ਼ ਕਰ ਸਕਦੇ ਹਾਂ। ਹੁਣੇ ਜਿਵੇਂ ਆਪਾਂ ਇੱਕ ਸਟਰਕਚਰ ਡਿਕਲੇਅਰ ਕੀਤਾ ਹੈ EMPLOYEE, ਸੋ ਸਟਰਕਚਰ EMPLOYEE E1 E2, ਜਿਵੇਂ ਦੋ ਵੈਰੀਏਬਲਸ ਡਿਕਲੇਅਰ ਕੀਤੇ, ਆਈ ਕੈਨ ਕਾਪੀ ਵਨ ਵੈਰੀਏਬਲ ਇਨਟੂ ਅਨਦਰ। ਸਪੋਜ਼ ਮੈਂ E1 ਡੋਟ ENO ਨੂੰ ਕੋਈ ਵੈਲਿਊ ਦਿੱਤੀ 7, E1 ਡੋਟ ENAME ਨੂੰ ਕੋਈ ਵੈਲਿਊ ਦਿੱਤੀ ਸਪੋਜ਼ ਆਈ ਸੇ ਗੀਤਾ, ਤੇ ਮੈਂ ਵੈਰੀਏਬਲ E1 ਇਨੀਸ਼ੀਅਲਾਈਜ਼ ਕੀਤਾ 7 ਐਂਡ ਗੀਤਾ ਵੈਲਿਊ ਨਾਲ। ਉਸ ਤੋਂ ਬਾਅਦ ਅਗਰ ਮੈਂ ਜਿਹੜਾ E2 ਹੈ E1 is assigned to E2, ਤੇ ਇਹਦਾ ਮਤਲਬ ਮੈਂ E1 ਨੂੰ ਕਾਪੀ ਕਰ ਲਿਆ E2 ਦੇ ਵਿੱਚ, ਤੇ ਜੇ ਤੁਸੀਂ ਉਸ ਤੋਂ ਬਾਅਦ E2 ਦੀ ਪ੍ਰਿੰਟਿੰਗ ਕਰੋਗੇ ਤਾਂ E2 ਦੇ ਵਿੱਚ ਇਹਦੀ ਕਾਪੀ ਹੋ ਜਾਏਗੀ 7 ਐਂਡ ਗੀਤਾ। ਸੋ ਜਿਵੇਂ ਨੋਰਮਲ ਵੈਰੀਏਬਲਸ ਅਸੀਂ ਇੱਕ ਵੈਰੀਏਬਲ ਤੋਂ ਦੂਜੀ ਵੈਰੀਏਬਲ 'ਚ ਕਾਪੀ ਪਾ ਸਕਦੇ ਹਾਂ ਉਹਦੀ, ਵੀ ਕੈਨ ਸਟੋਰ ਦਾ ਵੈਲਿਊ। ਸਿਮਿਲਰਲੀ ਤੁਸੀਂ EMPLOYEE ਜਿਹੜਾ ਸਟਰਕਚਰ ਬਣਾਇਆ ਹੈ, ਜਿਹੜਾ ਆਪਦੀ ਤਰ੍ਹਾਂ ਦੀ ਡੇਟਾ ਟਾਈਪ ਬਣਾਈ ਹੈ, ਉਹਦੇ ਵੈਰੀਏਬਲਸ ਨੂੰ ਆਪਾਂ ਕਾਪੀ ਕਰ ਸਕਦੇ ਹਾਂ। EMPLOYEE ਸਟਰਕਚਰ ਦੇ ਦੋ ਵੈਰੀਏਬਲਸ E1 ਐਂਡ E2, ਐਂਡ ਵੀ ਆਰ ਕਾਪਿੰਗ E1 ਟੂ E2, ਤੇ E2 ਦੇ ਵਿੱਚ ਸਾਰਾ ਮਟੀਰੀਅਲ ਆ ਗਿਆ E1 ਦਾ, ਤੇ E1 ਦੇ ਵਿੱਚ ਦੋ ਚੀਜ਼ਾਂ ਹੈ EMPLOYEE ਨੰਬਰ ਤੇ ENAME। ਉਸੇ ਤਰ੍ਹਾਂ E2 ਦੇ ਵਿੱਚ ਵੀ ਹੁਣ ਦੋ ਚੀਜ਼ਾਂ ਹੋਣਗੀਆਂ EMPLOYEE ਨੰਬਰ ਐਂਡ ENAME। ਤੇ ਜੇ ਅਗਰ ਤੁਸੀਂ ਆਹ ਵਾਲੀ printf E2 ਨੂੰ ਪ੍ਰਿੰਟ ਕਰੋਗੇ ਤਾਂ E2 ਦੇ ਵਿੱਚ 7 ਤੇ ਗੀਤਾ ਵੈਲਿਊ ਪ੍ਰਿੰਟਿੰਗ ਹੋਏਗੀ। ਦਿਸ ਇਜ਼ ਦਾ ਕੰਸੈਪਟ ਆਫ ਸਟਰਕਚਰ ਅਸਾਈਨਮੈਂਟ। ਦਿਸ ਇਜ਼ ਅ ਵੈਰੀ ਸਿੰਪਲ ਕੰਸੈਪਟ। ਹੁਣ ਜਿਹੜੀ ਇੱਕ ਹੋਰ ਚੀਜ਼ ਹੈ ਜਿਵੇਂ ਸਟਰਕਚਰ ਸਟੋਰੇਜ, ਦਿਸ ਇਜ਼ ਅਨਦਰ ਟੋਪਿਕ। ਸਟਰਕਚਰ ਸਟੋਰੇਜ ਅਲੱਗ ਟੋਪਿਕ ਹੈ, ਪਰ ਮੈਂ ਡਿਸਕਸ ਕਰ ਚੁੱਕੀ ਹਾਂ। ਜਿਹੜਾ ਮੈਂ ਹੁਣੇ ਦੱਸਿਆ ਤੁਹਾਨੂੰ ਕਿ ਇੱਕ ਸਟਰਕਚਰ ਦਾ ਵੈਰੀਏਬਲ ਕਿੰਨੀ ਮੈਮਰੀ ਆਕਿਊਪਾਈ ਕਰਦਾ ਹੈ, that is the collection of all the member variables of that structure। ਉਹ ਸਟਰਕਚਰ ਦੇ ਵਿੱਚ ਕਿੰਨੇ ਮੈਂਬਰ ਵੈਰੀਏਬਲਸ ਹੈ ਤੇ ਉਹਨਾਂ ਦੀਆਂ ਡੇਟਾ ਟਾਈਪਸ ਕੀ ਹੈ, ਉਹਨਾਂ ਸਾਰੀਆਂ ਡੇਟਾ ਟਾਈਪਸ ਦੀ ਮੈਮਰੀ ਸਟੋਰੇਜ ਐਡ ਕਰਕੇ ਤੁਸੀਂ ਟੋਟਲ ਮੈਮਰੀ ਕੈਲਕੂਲੇਟ ਕਰ ਸਕਦੇ ਹੋ ਵੀ ਇੱਕ ਵੈਰੀਏਬਲ ਉਸ ਸਟਰਕਚਰ ਦਾ ਕਿੰਨੀ ਮੈਮਰੀ ਆਕਿਊਪਾਈ ਕਰੇਗਾ। ਹੁਣੇ ਮੈਂ ਐਸੇ ਵੀਡੀਓ ਦੇ ਵਿੱਚ ਕੈਲਕੂਲੇਟ ਕੀਤਾ ਵੀ ਇੱਕ ਵੈਰੀਏਬਲ ਜਿਹੜਾ EMPLOYEE ਡੇਟਾ ਟਾਈਪ ਦਾ ਹੈ ਉਹ 7 ਬਾਈਟਸ ਆਫ ਮੈਮਰੀ ਆਕਿਊਪਾਈ ਕਰੇਗਾ, ਬਿਕੋਜ਼ 2 ਬਾਈਟਸ ਇੰਟੀਜਰ ਤੇ 5 ਬਾਈਟ ਜਿਹੜਾ ਤੁਹਾਡਾ ਕਰੈਕਟਰ ਐਰੇ ਹੈ। ਸੋ ਆਹ ਤੁਹਾਡਾ EMPLOYEE ਨੰਬਰ ਜਿਹੜਾ ਇੰਟੀਜਰ ਟਾਈਪ ਹੈ ਤੇ ਆਹ EMPLOYEE ਨੇਮ ਜਿਹੜਾ ਕਰੈਕਟਰ ਐਰੇ ਟਾਈਪ ਹੈ, ਤੇ ਟੋਟਲ ਮੈਮਰੀ 7 ਬਾਈਟਸ ਆਫ ਮੈਮਰੀ ਆਕਿਊਪਾਈ ਕਰਦਾ ਇੱਕ ਵੈਰੀਏਬਲ ਆਫ ਦਾ ਟਾਈਪ EMPLOYEE, and this is a user defined data type we have just learned।